PTN 24 ਵੇਖ ਰਹੀਆਂ ਸੰਗਤਾਂ ਨੂੰ ਦਾਸ ਬਗੀਚਾ ਸਿੰਘ ਰੱਤਾਖੜਾ ਵੱਲੋਂ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੰਮੂ ਦੇ ਸਿੰਬਲ ਕੈਂਪ ਵਿੱਚ ਵਿਖਾਣ ਜਾ ਰਹੇ ਹਾਂ ਸੰਘਰਸ਼ ਦਾ ਸੱਚ। ਇਸੇ ਪ੍ਰੋਗਰਾਮ ਤਹਿਤ ਆਪ ਜੀ ਨੂੰ ਮਿਲਾਉਣ ਜਾ ਰਹੇ ਹਾਂ ਬੀਬੀ ਮਾਨ ਕੌਰ ਜੀ, ਜਿਨ੍ਹਾਂ ਦਾ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ। ਆਓ ਉਹਨਾਂ ਨਾਲ ਕਰਾਉਂਦੇ ਹਾਂ ਤੁਹਾਡੀ ਗੱਲਬਾਤ। बहुत ही ज़्यादा टॉर्चर उन्होंने मैनू इन्ना किया कि मैं दस नहीं सकती। उन्होंने मार के मेरे जड़े चूल्हे होंदे वो नीले किए हुए सी, लत्तां मेरियां उन्होंने मार के सुजाइयां सी, पैर मेरे सुज के मोटे हुए सी कि मैं चल नहीं सी सकती। एक पुलिस वाली दा सहारा लैके उन्होंने फड़ के ते मैं बाथरूम जाती सी। छे दिन इन्होंने मैनू जम्मू रिमांड ते रखिया, जो कि उपर पखे वाला होंदा कुंडा, उहदे नाल इन्होंने रस्सा पाया सी। जम्मू वालियां ने रस्सा पा के मेरे केस खोल के उत्ते उन्हां दी गंढ मार के दोनों हाथ खड़े करके मेरियां एडियां उपर चुक के ते मैनू 6 दिन ते रात इन्होंने खड़ा रखिया सी। फिर मैं सोचा जज के अगे खड़ी होवांगी, जिसले जज नूं कहांगी जे रिमांड देनी है मैनू इत्थे गोली मार दे, मेरे तो नहीं बर्दाश्त होंदा। जिसले इन्होंने मैनू जम्मू लैके आए रिमांड ते मेरियां अखां, मेरी चुन्नी उतार के मेरियां अखां बन लईयां। इन्होंने मैनू ठिड्डें ते लत्तां मार के इन्होंने मैनू गेट दे अंदर किया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੋਈ ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਸੱਚ ਦਾ ਸੰਘਰਸ਼ ਪ੍ਰੋਗਰਾਮ ਵਿੱਚ ਮਿਲਾਉਣ ਜਾ ਰਹੇ ਹਾਂ ਸੰਘਰਸ਼ੀ ਪਰਿਵਾਰ ਬੀਬੀ ਮਾਨ ਕੌਰ ਜੀ, ਜਿਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਜੋ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭ ਕੀਤਾ ਗਿਆ, ਜਿਸ ਵਿੱਚ ਅਨੇਕਾਂ ਸ਼ਹੀਦੀਆਂ ਹੋਈਆਂ। ਪਰਿਵਾਰਾਂ ਦੇ ਪਰਿਵਾਰ ਇਸ ਸੰਘਰਸ਼ ਵਿੱਚ ਕੋਈ ਉਜੜੇ ਤੇ ਕਈਆਂ ਨੇ ਕੁਰਬਾਨੀਆਂ ਕੀਤੀਆਂ ਤੇ ਕਈ ਹਜੇ ਤੱਕ ਵੀ ਪਰਿਵਾਰ ਜਿਹੜੇ ਆ ਵਿਛੜੇ ਹੋਏ ਆ। ਉਹਨਾਂ ਦੀ ਲੜੀ ਵਿੱਚੋਂ ਹੀ ਇੱਕ ਪਰਿਵਾਰ ਹੈ ਬੀਬੀ ਮਾਨ ਕੌਰ ਜੀ, ਜਿਨ੍ਹਾਂ ਦੇ ਸਾਰੇ ਪਰਿਵਾਰ ਨੇ ਕੌਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਓ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਸੰਘਰਸ਼ ਵਿੱਚ ਕੀ ਇਹਨਾਂ ਨੂੰ ਔਕੜਾਂ ਆਈਆਂ ਤੇ ਇਸ ਟਾਈਮ ਪਰਿਵਾਰ 'ਤੇ ਕਿਹੋ ਜਿਹੇ ਹਾਲਾਤ ਨੇ, ਤੇ ਆਓ ਤੁਹਾਡੇ ਨਾਲ ਕਰਾਉਂਦੇ ਹਾਂ ਗੱਲਬਾਤ। ਬੀਬੀ ਮਾਨ ਕੌਰ ਜੀ, ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਪ ਜੀ ਦਾ ਨਾਮ? ਬੀਬੀ ਮਾਨ ਕੌਰ। ਭੈਣ ਜੀ ਆਪ ਜੀ ਨੂੰ ਸੰਗਤਾਂ ਦੇਖ ਰਹੀਆਂ ਨੇ PTN 24 ਚੈਨਲ 'ਤੇ ਦੇਸ਼ਾਂ ਵਿਦੇਸ਼ਾਂ ਵਿੱਚ, ਜੋ ਕਿ ਆਪ ਜੀ ਦਾ ਜੀਵਨ ਸੰਘਰਸ਼ ਨੂੰ ਸਮਰਪਿਤ ਰਿਹਾ। ਆਪ ਜੀ ਨੇ ਲੰਮਾ ਸਮਾਂ ਜੇਲ੍ਹਾਂ ਕੱਟਣੀਆਂ, ਆਪ ਜੀ ਦਾ ਪਰਿਵਾਰ ਜਿਹੜਾ ਖੇਰੂ ਹੋਇਆ। ਇਸ ਬਾਰੇ ਆਪ ਜੀ ਨਾਲ ਜਾਣਕਾਰੀ, ਤੁਹਾਡੀ ਜਾਣਕਾਰੀ ਜਿਹੜੀ ਆ ਸੰਗਤਾਂ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਕਿੰਨਾ ਚਿਰ ਜੇਲ੍ਹ ਵਿੱਚ ਰਹੇ ਹੋ? ਮੈਂ 2000 ਵਿੱਚ ਗਈ ਸੀ ਤਿਹਾੜ ਜੇਲ੍ਹ, ਤੇ 2004 ਵਿੱਚ ਮੁੜ ਆਈ ਸੀ। ਉਸ ਤੋਂ ਬਾਅਦ ਉਹਨਾਂ ਨੇ ਮੇਰੀ ਰਿਟ ਲਗਾ ਲਈ ਸੀ ਹਾਈ ਕੋਰਟ, 1 ਸਾਲ ਦੇ ਅੰਦਰ ਹੀ।
ਫਿਰ ਮੈਂ ਜੰਮੂ ਤੋਂ ਦਿੱਲੀ ਹਾਈ ਕੋਰਟ ਦੀਆਂ ਪੇਸ਼ੀਆਂ ਭੁਗਤਣ 4 ਸਾਲ ਜਾਂਦੀ ਰਹੀ। ਇੱਕ ਕੇਸ ਇਹਨਾਂ ਨੇ ਮੇਰਾ ਪਾ ਲਿਆ ਸੀ ਜਲੰਧਰ ਭੋਗਪੁਰ ਦਾ ਕੋਈ, ਉੱਥੇ ਹੀ ਮੈਨੂੰ 1.5 ਮਹੀਨਾ ਰਹਿਣਾ ਪਿਆ ਜੇਲ੍ਹ, ਜਲੰਧਰ ਜੇਲ੍ਹ। ਅਤੇ ਉਸ ਤੋਂ ਬਾਅਦ ਮੇਰਾ ਉੱਥੋਂ ਡਿਸਮਿਸ ਹੋ ਗਿਆ ਕੇਸ, ਡਿਸਚਾਰਜ ਹੋ ਗਿਆ। ਫਿਰ ਜਲੰਧਰ ਵਾਲੀ ਜਿਹੜੀ ਕਸਟਡੀ ਸੀ ਉਹ ਮੈਨੂੰ ਜੰਮੂ ਛੱਡਣ ਆਈ ਕਿ ਤੇਰਾ ਇੱਕ ਜੰਮੂ ਵੀ ਕੇਸ ਹੈ। ਫਿਰ ਜੰਮੂ ਜਿਸ ਲਈ ਇਹਨਾਂ ਨੇ ਮੈਨੂੰ ਥਾਣੇ ਲਿਆ ਕੇ ਪੇਸ਼ ਕੀਤਾ, ਉਹ ਕਹਿਣ ਲੱਗੇ ਭਈ ਇਹਦਾ ਕੇਸ ਅਸੀਂ ਇੱਥੇ ਹੈ ਨਹੀਂ, ਮਤਲਬ ਖ਼ਤਮ ਹੋ ਗਿਆ ਇਹਦਾ ਇੰਨੀਆਂ ਸਾਲਾਂ ਦਾ। ਫਿਰ ਉਸ ਤੋਂ ਬਾਅਦ ਮੈਂ ਮਤਲਬ ਘਰੇ ਆਈ। ਫਿਰ 4 ਸਾਲ ਹਾਈ ਕੋਰਟ ਦੀਆਂ ਪੇਸ਼ੀਆਂ 'ਤੇ ਜਾਂਦੀ ਰਹੀ, 8 ਸਾਲ ਭੁਗਤੇ ਆ ਮੈਂ। ਤੁਹਾਡੀ ਪਹਿਲੀ ਗ੍ਰਿਫਤਾਰੀ ਜਿਹੜੀ ਆ ਉਹ ਕਿੱਥੋਂ ਹੋਈ ਸੀ? ਮੇਰੀ ਪਹਿਲੀ ਗ੍ਰਿਫਤਾਰੀ ਹੋਈ ਸੀ ਦਿੱਲੀ ਚਾਂਦਨੀ ਚੌਕ ਸੀਸਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਗੇਟ ਦੀ। ਜਦੋਂ ਤੁਸੀਂ ਗ੍ਰਿਫਤਾਰ ਹੋ ਗਏ ਉਦੋਂ ਤੁਹਾਨੂੰ ਗੈਰ ਕਾਨੂੰਨੀ ਹਿਰਾਸਤ ਰੱਖਿਆ ਗਿਆ ਹੋਣਾ ਹੈ। ਕਿੰਨੇ ਦਿਨ ਤੁਹਾਡਾ ਰਿਮਾਂਡ ਰਿਹਾ ਅਤੇ ਕਿੰਨੇ ਦਿਨ ਤੁਹਾਨੂੰ ਬਿਨਾਂ ਪੇਸ਼ ਕਰਨ ਤੋਂ ਕਸਟਡੀ ਵਿੱਚ ਰੱਖਿਆ ਗਿਆ? 17 ਦਿਨ ਇਹਨਾਂ ਨੇ ਮੈਨੂੰ ਰਿਮਾਂਡ 'ਤੇ ਰੱਖਿਆ, ਪੂਰੇ 17 ਦਿਨ ਰਿਮਾਂਡ 'ਤੇ ਰੱਖਿਆ ਸੀ। 17 ਦਿਨਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਤਿਹਾੜ ਜੇਲ੍ਹ ਭੇਜਿਆ। ਜਦੋਂ ਤੁਹਾਨੂੰ ਇਹਨਾਂ ਨੇ ਰਿਮਾਂਡ 'ਤੇ ਰੱਖਿਆ, ਤੁਹਾਡੇ ਨਾਲ ਗੈਰ ਜਿਹੜੇ ਮਨੁੱਖੀ ਜਿਹੜੇ ਤੁਹਾਡੇ ਨਾਲ ਅਤਿਆਚਾਰ ਕੀਤਾ ਹੋਣਾ, ਗੈਰ ਕਾਨੂੰਨੀ ਅਤਿਆਚਾਰ ਕੀਤਾ ਹੋਣਾ, ਕਿਵੇਂ ਦਾ ਤੁਹਾਡੇ ਨਾਲ ਅਤਿਆਚਾਰ ਕੀਤਾ ਗਿਆ ਉਸ ਟਾਈਮ? ਬਹੁਤ ਹੀ ਜ਼ਿਆਦਾ ਟੌਰਚਰ ਉਹਨਾਂ ਨੇ ਮੈਨੂੰ ਇੰਨਾ ਕੀਤਾ ਹੈ ਕਿ ਮੈਂ ਦੱਸ ਨਹੀਂ ਸਕਦੀ। ਉਹਨਾਂ ਨੇ ਮਾਰ ਕੇ ਮੇਰੇ ਜਿਹੜੇ ਚੂਲੇ ਹੁੰਦੇ ਹਨ ਉਹ ਨੀਲੇ ਕੀਤੇ ਹੋਏ ਸੀ, ਲੱਤਾਂ ਮੇਰੀਆਂ ਉਹਨਾਂ ਨੇ ਮਾਰ ਕੇ ਸੁਜਾਈਆਂ ਸੀ, ਪੈਰ ਮੇਰੇ ਸੁੱਜ ਕੇ ਮੋਟੇ ਹੋਏ ਸੀ ਕਿ ਮੈਂ ਚੱਲ ਨਹੀਂ ਸੀ ਸਕਦੀ। ਇੱਕ ਪੁਲਿਸ ਵਾਲੀ ਦਾ ਸਹਾਰਾ ਲੈ ਕੇ ਉਹਨੂੰ ਫੜ ਕੇ ਤੇ ਮੈਂ ਬਾਥਰੂਮ ਜਾਂਦੀ ਸੀ। ਇਹੋ ਜਿਹੇ ਜ਼ਾਲਮ ਸਰਕਾਰ ਜਦੋਂ ਇੱਕ ਲੇਡੀਜ਼ ਦੇ ਨਾਲ ਇਹੋ ਜਿਹਾ ਅਤਿਆਚਾਰ ਹੁੰਦਾ ਹੈ ਤੇ ਸਮਝ ਸਕਦੇ ਹਾਂ ਕਿ ਇੱਥੇ ਕਾਨੂੰਨ ਕਿਵੇਂ ਦਾ, ਕਿਉਂਕਿ ਜਿਹਦੇ ਨਾਲ ਇਸ ਤਰ੍ਹਾਂ ਬੀਤੀ ਹੁੰਦੀ ਆ ਉਹਨੂੰ ਜ਼ਿਆਦਾ ਜਾਣਕਾਰੀ ਹੁੰਦੀ ਹੈ। ਸਾਡੇ ਨਾਲ ਇਹ ਸਾਰਾ ਕੁਝ ਬੀਤਿਆ, ਪਰ ਜਦੋਂ ਅਸੀਂ ਇਹ ਭੈਣ ਜੀ ਦੇ ਮੂੰਹੋਂ ਸੁਣ ਰਹੇ ਹਾਂ ਕਿ ਕਿਹੋ ਜਿਹੇ ਹਾਲਾਤ ਜਿਹੜੇ ਆ ਉਹ ਇਹਨਾਂ ਨਾਲ ਵੀ ਕੀਤੇ ਹੋਣਗੇ। ਭੈਣ ਜੀ, ਜਦੋਂ ਇਹ ਤੁਹਾਡਾ ਰਿਮਾਂਡ ਚੱਲ ਰਿਹਾ ਸੀ, ਤੁਹਾਨੂੰ ਕੀ ਪੁੱਛਗਿੱਛ ਕਰਦੇ ਸੀਗੇ? ਇਸ ਤਰ੍ਹਾਂ ਨਾਮ ਲਈ ਜਾਂਦੇ ਸੀ ਸਿੰਘਾਂ ਦਾ, ਜਿਨ੍ਹਾਂ ਦਾ ਮੈਨੂੰ ਕਦੇ ਪਤਾ ਹੀ ਨਹੀਂ ਸੀ ਕਿ ਕੌਣ ਹਨ ਅਤੇ ਕੌਣ ਨਹੀਂ। ਮੈਨੂੰ ਕਹਿੰਦੇ ਸੀ ਤੂੰ ਹਾਂ ਕਰ। ਮੈਂ ਕਿਹਾ ਮੈਂ ਹਾਂ ਕਿਸ ਤਰ੍ਹਾਂ ਕਰਾਂ, ਮੈਨੂੰ ਪਤਾ ਹੀ ਨਹੀਂ। ਕੋਈ ਸਿੰਘਣੀਆਂ ਦੇ ਨਾਂ ਪੁੱਛਣ ਅਤੇ ਕੋਈ ਉਹ ਸਿੰਘਾਂ ਦੇ ਨਾਂ ਪੁੱਛਣ, ਫਲਾਣਾ ਸਿੰਘ ਸੀ, ਫਲਾਣਾ ਸੀ, ਕੋਈ ਯੂਪੀ ਦਾ ਸੀ। ਮੈਂ ਕਿਹਾ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈ, ਮੈਂ ਨਹੀਂ ਕਿਸੇ ਨੂੰ ਜਾਣਦੀ। ਔਰ ਇਹਨਾਂ ਨੇ ਮੈਨੂੰ ਇੰਨਾ ਟੌਰਚਰ ਵੀ ਕੀਤਾ ਸੀ ਕਿ ਉਸ ਟਾਈਮ ਦਾ ਮੇਰੇ ਸੱਜੇ ਕੰਨ ਦਾ ਪਰਦਾ ਇਹਨਾਂ ਨੇ ਫਾੜ ਛੱਡਿਆ ਸੀ। ਉਹ ਇਸ ਟਾਈਮ ਤੱਕ ਮੈਂ ਇਹਦਾ ਅਜੇ ਆਪਰੇਸ਼ਨ ਕਰਨਾ ਹੈ। ਜਦੋਂ ਸਰਦੀਆਂ ਆਉਂਦੀਆਂ ਹਨ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਇਸ ਕੰਨ 'ਤੇ। ਔਰ ਜਿਸ ਲਈ ਉਹਨਾਂ ਨੇ ਮੈਨੂੰ ਇੰਨਾ ਟੌਰਚਰ ਕੀਤਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਜਿਹੜੀ ਹੈ ਇਸ ਟਾਈਮ ਤੱਕ ਉਹ ਮਤਲਬ ਉਹਦੇ 'ਚ ਗੈਪ ਆ ਗਿਆ ਹੈ। ਸਰਦੀਆਂ 'ਚ ਬਹੁਤ ਜ਼ਿਆਦਾ ਮੈਨੂੰ ਤਕਲੀਫ ਹੁੰਦੀ ਹੈ, ਇੰਨੀ ਤਕਲੀਫ ਹੁੰਦੀ ਹੈ। ਬਰਸਾਤਾਂ ਹੁੰਦੀਆਂ, ਸਰਦੀਆਂ ਹੁੰਦੀਆਂ ਕਿ ਮੇਰੇ ਦੋਏ ਚੂਲੇ ਮੈਂ ਬੈੱਡ 'ਤੇ ਪੈ ਜਾਂਦੀਆਂ, ਇਜਾਜ਼ਤ ਨਹੀਂ ਦਿੰਦੀਆਂ ਮੇਰੀਆਂ ਲੱਤਾਂ, ਚੂਲੇ, ਕਮਰ ਕਿ ਮੈਂ ਉੱਠ ਕੇ ਕੋਈ ਕੰਮ ਕਰ ਸਕਾਂ। ਉਸ ਤੋਂ ਬਾਅਦ ਜਿਸ ਵੇਲੇ 2 ਮਹੀਨੇ ਇਹਨਾਂ ਨੇ ਮੈਨੂੰ ਤਿਹਾੜ ਜੇਲ੍ਹ ਰੱਖਿਆ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜੰਮੂ ਰਿਮਾਂਡ 'ਤੇ ਭੇਜ ਛੱਡਿਆ। 6 ਦਿਨ ਇਹਨਾਂ ਨੇ ਮੈਨੂੰ ਜੰਮੂ ਰਿਮਾਂਡ 'ਤੇ ਰੱਖਿਆ, ਜੋ ਕਿ ਉੱਪਰ ਪੱਖੇ ਵਾਲਾ ਹੁੰਦਾ ਕੁੰਡਾ, ਉਹਦੇ ਨਾਲ ਇਹਨਾਂ ਨੇ ਰੱਸਾ ਪਾਇਆ ਸੀ। ਜੰਮੂ ਵਾਲਿਆਂ ਨੇ ਰੱਸਾ ਪਾ ਕੇ ਮੇਰੇ ਕੇਸ ਖੋਲ੍ਹ ਕੇ ਉੱਤੇ ਉਹਨਾਂ ਦੀ ਗੰਢ ਮਾਰ ਕੇ ਦੋਨੋਂ ਹੱਥ ਖੜੇ ਕਰਕੇ ਮੇਰੀਆਂ ਐਡੀਆਂ ਉੱਪਰ ਚੁੱਕ ਕੇ ਅਤੇ ਮੈਨੂੰ 6 ਦਿਨ ਤੇ ਰਾਤ ਇਹਨਾਂ ਨੇ ਖੜਾ ਰੱਖਿਆ ਸੀ। ਵੱਡੇ ਤੋਂ ਵੱਡਾ ਅਫੀਸਰ ਆਉਂਦਾ ਸੀ, SP ਆਉਂਦਾ ਸੀ, DSP ਆਉਂਦਾ ਸੀ, SSP ਆਉਂਦਾ ਸੀ। ਉਹਨੇ ਆ ਕੇ ਮੈਨੂੰ ਬੂਟਾਂ ਦੇ ਠੁੱਡਿਆਂ ਨਾਲ ਮਾਰਨਾ, ਮੇਰੇ ਮੂੰਹ 'ਤੇ ਮਾਰਨਾ, ਮੈਨੂੰ ਲੱਤਾਂ ਮਾਰਨੀਆਂ, ਮੈਨੂੰ ਘਸੁੰਨ ਮਾਰਨੇ। ਅਤੇ ਸਿਰਫ ਉਹ 2 ਮਿੰਟ ਮੈਨੂੰ ਦਿੰਦੇ ਸੀ ਰੋਟੀ ਖਾਣ ਵਾਸਤੇ, ਕਿ ਰੋਟੀ ਲਿਫਾਫੇ ਪਾ ਕੇ ਉਹਨਾਂ ਨੇ ਮੈਨੂੰ ਦੇਣੀ, ਦਾਲ ਅਤੇ ਚਾਵਲ। ਉਹਦੇ ਵਿੱਚ ਮੈਂ ਲਿਫਾਫੇ 'ਚ ਰੋਟੀ ਖਾਣੀ ਪਲਾਸਟਿਕ ਦੇ, ਖਾ ਕੇ ਉਹਨਾਂ ਕਹਿਣਾ ਫਟਾਫਟ ਉੱਠ ਜਾ, ਤੂੰ ਸਾਹਬ ਆਉਂਦੇ ਹੋਣਗੇ, ਸਾਡੀ ਨੌਕਰੀ ਖਾ ਜਾਏਂਗੀ ਤੂੰ। ਬਸ 2 ਮਿੰਟ 3 ਮਿੰਟ ਉਹ ਰੋਟੀ ਨੂੰ ਦਿੰਦੇ ਸੀ, ਫਿਰ ਉੱਤੇ ਬੰਨ੍ਹ ਲੈਂਦੇ ਸੀ। ਦਿਨ ਅਤੇ ਰਾਤ 1 ਹਫ਼ਤਾ ਉਹਨਾਂ ਨੇ ਮੈਨੂੰ ਇਸੇ ਤਰ੍ਹਾਂ ਬੰਨ੍ਹ ਕੇ ਰੱਖਿਆ, ਦਿਨ ਅਤੇ ਰਾਤ। ਫਿਰ ਜਿਸ ਵੇਲੇ ਮੇਰੀ ਜੰਮੂ ਤੋਂ 6 ਦਿਨ ਦੀ ਰਿਮਾਂਡ ਖਤਮ ਹੋਈ, ਇਹਨਾਂ ਨੇ ਮੈਨੂੰ ਖੋਲ੍ਹਿਆ। ਖੋਲ੍ਹਣ ਤੋਂ ਬਾਅਦ
ਮੇਰਾ ਬੀਪੀ ਬਿਲਕੁਲ ਡਾਊਨ ਹੋ ਗਿਆ, ਮੈਨੂੰ ਕੋਈ ਹੋਸ਼ ਨਹੀਂ। ਇਹ ਮੈਨੂੰ ਪੁੱਛਣ ਲੱਗੇ ਕਿ ਤੂੰ ਕਿੱਥੇ ਆਈ ਦੀ ਹੈ, ਕੀ ਨਾਮ ਹੈ ਤੇਰਾ, ਤੇਰੇ ਬੱਚੇ ਕਿੱਥੇ ਹਨ। ਮੈਨੂੰ ਕੋਈ ਹੋਸ਼ ਨਹੀਂ ਸੀ, ਕਿਉਂਕਿ ਬਿਲਕੁਲ ਬੀਪੀ 1-2 ਮਿੰਟ ਹੋਰ ਨਾ ਖੁੱਲ੍ਹਦੇ ਹੋ ਸਕਦਾ ਡੈਥ ਵੀ ਹੋ ਸਕਦੀ ਸੀ ਮੇਰੀ। ਫਿਰ ਇਹ ਡਰ ਗਏ, ਇਹਨਾਂ ਨੇ ਸਮਝਿਆ ਇਹ ਤੇ ਮਰਨ ਵਾਲੀ ਹੈ, ਅਗਰ ਇਹ ਮਰ ਗਈ ਤੇ ਫਿਰ ਤੇ ਬਹੁਤ ਮੁਸ਼ਕਿਲ ਹੋ ਗਈ, ਸਾਡੀਆਂ ਤੇ ਨੌਕਰੀਆਂ ਚਲੇ ਗਈਆਂ। ਫਿਰ ਇਹਨਾਂ ਨੇ ਮੈਨੂੰ ਮੇਰੇ ਆਸੇ-ਪਾਸੇ ਘੇਰਾ ਪਾ ਕੇ ਬਹਿ ਗਏ, ਗੋਲ ਸਰਕਲ ਵਿੱਚ ਮੈਨੂੰ ਬਿਠਾ ਲਿਆ। ਨਿੰਬੂ ਔਰ ਨਮਕ ਇਹਨਾਂ ਨੇ ਮੈਨੂੰ ਚਟਾ ਕੇ ਪਤਾ ਨਹੀਂ ਕਿੰਨੇ ਇੱਕ ਨਿੰਬੂ ਤੇ ਕਿੰਨਾ ਇੱਕ ਨਮਕ ਇਹਨਾਂ ਨੇ ਮੈਨੂੰ ਚਟਾਇਆ। ਫਿਰ ਜਿਸ ਵੇਲੇ ਮੈਨੂੰ ਹੋਸ਼ ਆਈ, ਕਹਿੰਦੇ ਤੇਰਾ ਨਾਮ ਕੀ ਹੈ। ਮੈਂ ਕਿਹਾ ਮੇਰਾ ਇਹ ਨਾਮ ਹੈ। ਕਹਿੰਦੇ ਤੇਰੇ ਬੱਚੇ ਕਿੰਨੇ ਹਨ, ਤੇਰੇ ਬੱਚੇ ਕਿੱਥੇ ਹਨ। ਫਿਰ ਮੈਂ ਸਾਰਾ ਦੱਸਿਆ। ਕਹਿੰਦੇ ਸ਼ੁਕਰ ਹੈ ਤੂੰ ਬਚ ਗਈ, ਅਗਰ ਤੂੰ ਮਰ ਜਾਂਦੀ ਤੇ ਸਾਡੀਆਂ ਤੇ ਨੌਕਰੀਆਂ ਖਾ ਲੈਣੀਆਂ ਸੀ ਤੂੰ, ਸਾਡੇ ਤੇ ਪਰਿਵਾਰ ਹੀ ਮਰ ਜਾਂਦੇ ਜਿੰਦੇ ਹੈ, ਸਾਡੀਆਂ ਨੌਕਰੀਆਂ ਚਲੇ ਜਾਂਦੀਆਂ। ਫਿਰ 1 ਹਫ਼ਤੇ ਤੋਂ ਬਾਅਦ ਇਹਨਾਂ ਨੇ ਜਾ ਕੇ ਮੈਨੂੰ ਦਿੱਲੀ ਕੋਰਟ ਵਿੱਚ ਪੇਸ਼ ਕੀਤਾ। ਕਹਿੰਦੇ ਤੇਰੀ ਫਿਰ ਰਿਮਾਂਡ ਲਿਆਉਣੀ ਆ ਅਸੀਂ, ਅਜੇ ਤੇਰੇ ਕੋਲੋਂ ਬਹੁਤ ਪੁੱਛਗਿੱਛ ਕਰਨੀ ਹੈ। ਜੰਮੂ ਵਾਲਿਆਂ ਨੇ ਇਹੀ ਕਿਹਾ ਕਿ ਤੂੰ ਦੱਸ ਦੇ ਜਦੋਂ ਨੀਤੀ ਦੇ ਕੌਣ ਸਾਥੀ ਸੀ, ਝੂਠਾ ਹੀ ਨਾਮ ਲੈ ਲੈ, ਝੂਠਾ ਹੀ ਕਿਸੇ ਦੇ ਨਾਮ ਲੈ ਲੈ, ਉਹਦੇ ਦੋਸਤਾਂ ਦਾ ਨਾਮ ਲੈ ਲੈ, ਸਾਨੂੰ ਦੱਸ, ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ। ਮੈਂ ਫਿਰ ਇੱਕ ਜਿਹੜਾ ਮੇਰਾ ਸਟੇਟਮੈਂਟ ਲੈਣ ਆਉਂਦੇ ਸੀ 2-2 ਮਿੰਟਾਂ ਬਾਅਦ ਆਉਂਦੇ ਸੀ, ਇੱਕ ਉੱਠਦਾ ਦੂਜਾ ਆਉਂਦਾ, ਦੂਜਾ ਉੱਠਦਾ ਤੀਜਾ ਆ ਜਾਂਦਾ। ਫਿਰ ਮੈਂ ਬਹੁਤ ਦੁਖੀ ਹੋ ਗਈ। ਫਿਰ ਇੱਕ ਨੂੰ ਮੈਂ ਕਿਹਾ ਤੇਰਾ ਨਾਮ ਕੀ ਹੈ, ਤੂੰ ਆਪਣਾ ਨਾਮ ਲਿਖਾ ਦੇ। ਮੈਂ ਕਿਹਾ ਤੂੰ ਆਪਣਾ ਨਾਮ ਦੱਸ, ਤੇਰਾ ਨਾਮ ਲਿਖਾਉਂਦੀ ਹਾਂ। ਮੈਂ ਕਿਹਾ ਤੂੰ ਸੀ ਨੀਤੇ ਨਾਲ, ਤੂੰ ਉਹਦਾ ਦੋਸਤ ਸੀ। ਕਹਿੰਦੇ ਮੈਂ ਕਿਸ ਤਰ੍ਹਾਂ ਹੋ ਸਕਦਾ, ਕਿਸ ਤਰ੍ਹਾਂ ਤੁਸੀਂ ਝੂਠ ਬੋਲ ਰਹੇ ਹੋ। ਮੈਂ ਕਿਹਾ ਝੂਠ ਕਿਉਂ, ਜਿਸ ਤਰ੍ਹਾਂ ਤੂੰ ਕਹਿ ਰਿਹਾ ਤੇਰੇ ਤੇ ਝੂਠ ਬੋਲ ਰਹੀ ਹੈ, ਇਸ ਤਰ੍ਹਾਂ ਤੁਸੀਂ ਮੇਰੇ ਕੋਲੋਂ ਝੂਠ ਬਕਵਾ ਰਹੇ ਹੋ, ਬੁਲਵਾ ਰਹੇ ਹੋ ਕਿ ਉਹਦੇ ਝੂਠੇ ਹੀ ਨਾਮ ਲੈ, ਉਹਦੇ ਜਿਹੜੇ ਦੋਸਤ ਸੀ ਤੇ ਅਸੀਂ ਉਹਨਾਂ ਨੂੰ ਅਰੈਸਟ ਕਰੀਏ। ਫਿਰ ਜਿਸ ਵੇਲੇ ਇਹ ਲੈ ਗਏ 1 ਹਫ਼ਤੇ ਤੋਂ ਬਾਅਦ ਮੈਨੂੰ ਜੰਮੂ ਤੋਂ ਕਹਿੰਦੇ ਰਿਮਾਂਡ ਤੇਰੀ ਹੋਰ ਲੈਣੀ ਹੈ। ਫਿਰ ਮੈਂ ਸੋਚਿਆ ਜੱਜ ਦੇ ਅੱਗੇ ਖੜੀ ਹੋਵਾਂਗੀ, ਜਿਸ ਵੇਲੇ ਜੱਜ ਨੂੰ ਕਹਾਂਗੀ ਜੇ ਰਿਮਾਂਡ ਦੇਣੀ ਹੈ ਮੈਨੂੰ ਇੱਥੇ ਹੀ ਗੋਲੀ ਮਾਰ ਦੇ, ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ। ਜਿਸ ਵੇਲੇ ਇਹਨਾਂ ਨੇ ਮੈਨੂੰ ਜੰਮੂ ਲੈ ਕੇ ਆਏ ਰਿਮਾਂਡ 'ਤੇ, ਮੇਰੀਆਂ ਅੱਖਾਂ, ਮੇਰੀ ਚੁੰਨੀ ਉਤਾਰ ਕੇ ਮੇਰੀਆਂ ਅੱਖਾਂ ਬੰਨ੍ਹ ਲਈਆਂ। ਇਹਨਾਂ ਨੇ ਮੈਨੂੰ ਠਿੱਡਿਆਂ 'ਤੇ ਲੱਤਾਂ ਮਾਰ ਕੇ ਇਹਨਾਂ ਨੇ ਮੈਨੂੰ ਗੇਟ ਦੇ ਅੰਦਰ ਕੀਤਾ, ਜਿਹੜਾ ਇਹਨਾਂ ਦਾ ਕੋਈ ਸਪੈਸ਼ਲ ਸੈੱਲ ਸੀ, ਮੈਨੂੰ ਨਹੀਂ ਪਤਾ ਜੰਮੂ ਉਹ ਕਿਹੜੀ ਜਗ੍ਹਾ ਸੀ ਉਹ ਸੈੱਲ। ਮਤਲਬ ਲੱਤਾਂ 'ਤੇ ਠਿੱਡਿਆਂ ਨਾਲ ਮਾਰ ਕੇ ਇਹਨਾਂ ਨੇ ਮੈਨੂੰ ਕੁੱਤਿਆਂ ਦੀ ਤਰ੍ਹਾਂ ਅੰਦਰ ਸੁੱਟਿਆ। ਫਿਰ ਮੇਰੇ ਉੱਪਰ ਬਰਨ ਪੈ ਗਈਆਂ, ਫਿਰ ਮੈਨੂੰ ਕੋਈ ਹੋਸ਼ ਨਹੀਂ। ਪਹਿਲੇ ਇਹਨਾਂ ਨੇ ਇੰਨਾ ਟੌਰਚਰ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਫਿਰ ਪੱਖੇ ਦੇ ਕੁੰਡੇ ਨਾਲ ਰੱਸਾ ਪਾ ਕੇ ਉੱਥੇ ਬੰਨ੍ਹਿਆ ਸੀ 1 ਹਫ਼ਤਾ। ਸੁਣ ਕੇ ਲੂ ਕੰਡੇ ਖੜੇ ਹੋ ਜਾਂਦੇ ਆ ਕਿ ਜਿਵੇਂ ਅਸੀਂ ਪੁਰਾਣਾ ਇਤਿਹਾਸ ਸੁਣਦੇ ਹਾਂ ਕਿ ਉਸ ਟਾਈਮ ਦੀ ਮੁਗਲ ਹਕੂਮਤ ਨੇ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਜ਼ੁਲਮ ਕੀਤੇ, ਚਰਖੜੀਆਂ ਚਾੜਿਆ, ਆਰੇ ਨਾਲ ਚਿਰਿਆ ਗਿਆ ਅਤੇ ਜਮੂਰਾਂ ਦੇ ਨਾਲ ਮਾਸ ਖਿੱਚਿਆ ਗਿਆ। ਉਹਨਾਂ ਤੋਂ ਵੱਧ ਹੁਣ ਦੀਆਂ ਮੌਜੂਦਾ ਸਰਕਾਰ ਨੇ ਸਾਡੇ ਨਾਲ ਕੀਤਾ। ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ। ਅਸੀਂ ਖੁਦ ਇਹ ਸਾਰੇ ਸੰਘਰਸ਼ ਦੇ ਵਿੱਚੋਂ ਇਸ ਤਰ੍ਹਾਂ ਲੰਘੇ ਹਾਂ ਅਤੇ ਜ਼ੁਲਮ ਵੇਖਿਆ ਕਿ ਜਿਸ ਤਰ੍ਹਾਂ ਬੀਬੀ ਜੀ ਦੱਸ ਰਹੇ ਆ ਸੇਮ ਇਸੇ ਤਰ੍ਹਾਂ ਹੀ ਹੁੰਦਾ। ਬੀਬੀ ਜੀ ਨੇ ਦੱਸਿਆ ਜਿਵੇਂ ਕਿ ਇਹਨਾਂ ਦੀ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਆ ਗਈ। ਇਹ ਤਕਰੀਬਨ ਹੀ ਜਿਨ੍ਹਾਂ ਦਾ ਇੰਟੈਰੋਗੇਸ਼ਨ ਹੋਇਆ, ਜਦੋਂ ਉਹਨਾਂ ਦੇ ਚੱਡੇ ਪਾੜੇ ਜਾਂਦੇ ਆ ਅਤੇ ਕੇਸ ਪਿੱਛੇ ਖਿੱਚੇ ਜਾਂਦੇ ਆ, ਉਦੋਂ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਆ ਜਾਂਦੀ ਆ। ਇਹ ਸਾਰਿਆਂ ਦੇ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਤਕਰੀਬਨ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਇੰਟੈਰੋਗੇਸ਼ਨ ਹੋਇਆ ਉਹਨਾਂ ਨੂੰ ਪ੍ਰੋਬਲਮ ਆ। ਸੋ ਇਹ ਸੁਣ ਕੇ ਹੀ ਇੱਕ ਵਾਰੀ ਤੇ ਲੂੰ ਕੰਡੇ ਖੜੇ ਹੋ ਜਾਂਦੇ ਆ ਜਦੋਂ ਬੰਦਾ ਆਪਣੀ ਬੀਤੀ ਦੱਸਦਾ, ਪਰ ਜਿਨ੍ਹਾਂ ਦੇ ਨਾਲ ਨਹੀਂ ਬੀਤੀ ਉਹਨਾਂ ਨੂੰ ਤੇ ਸੁਣ ਕੇ ਵੀ ਇਹ ਅਚੰਭਾ ਲੱਗਦਾ ਹੋਣਾ। ਪਰ ਉਸ ਟਾਈਮ ਪ੍ਰਮਾਤਮਾ ਹੀ ਇੱਕ ਸਹਾਈ ਹੁੰਦਾ ਹੈ, ਜਦੋਂ ਇੰਟੈਰੋਗੇਸ਼ਨ ਦੇ ਵਿੱਚ ਇੱਕ ਆਪਣੀ ਕੌਮ ਲਈ, ਆਪਣੀ ਅਣਖ ਲਈ, ਆਪਣੇ ਗੁਰੂ ਲਈ ਜਿਹੜਾ ਇੱਕ ਇੰਨਾ ਜ਼ਿਆਦਾ ਇੰਟੈਰੋਗੇਸ਼ਨ ਚੱਲ ਰਿਹਾ ਹੁੰਦਾ। ਪਰ ਸਰਕਾਰਾਂ ਇੱਥੇ ਜਿਹੜੀਆਂ ਨੇ ਉਹ ਕਿਸੇ ਨੂੰ ਵੀ ਨਿਆਂ ਦੇਣ ਦੀ ਰੋਹ ਦੇ ਵਿੱਚ ਬਿਲਕੁਲ ਨਹੀਂ। ਤੁਸੀਂ ਜਦੋਂ ਫੜੇ ਗਏ ਉਦੋਂ ਤੁਹਾਡੇ ਬੱਚੇ ਕਿੰਨੇ ਸੀਗੇ? ਮੇਰੀ ਬੇਟੀ 3rd ਵਿੱਚ ਪੜ੍ਹ ਰਹੀ ਸੀ ਅਤੇ ਬੇਟਾ 4th ਵਿੱਚ ਪੜ੍ਹ ਰਿਹਾ ਸੀ। ਮੈਂ ਨੇਪਾਲ ਤੋਂ ਜੰਮੂ ਆ ਰਹੀ ਸੀ ਆਪਣਾ ਘਰ ਵੇਖਣ ਵਾਸਤੇ ਕਿ 3-4-5 ਸਾਲਾਂ ਹੋ ਗਈਆਂ ਸੀ। ਉਦੋਂ ਨੇਪਾਲ ਤੋਂ ਆ ਰਹੇ ਸੀ ਜਦੋਂ ਫੜੇ ਗਏ? ਜੀ ਮੈਂ ਨੇਪਾਲ ਤੋਂ ਜੰਮੂ ਆ ਰਹੀ ਸੀ, ਆਪਣੇ ਘਰ ਵੇਖਣ ਵਾਸਤੇ ਆ ਰਹੀ ਸੀ ਕਿ ਘਰ ਬੰਦ ਪਿਆ, ਜਾ ਕੇ ਵੇਖ ਆਵਾਂ ਮੈਂ। ਅਤੇ ਇਹਨਾਂ ਨੇ ਮੈਂ ਨੇਪਾਲ ਤੋਂ ਦਿੱਲੀ ਆਈ। ਦਿੱਲੀ ਤੋਂ ਅੱਗੇ ਟ੍ਰੇਨ ਫੜਨੀ ਸੀ ਜਾਂ ਬੱਸ ਫੜਨੀ ਸੀ ਜੰਮੂ ਦੀ। ਇਹਨਾਂ ਨੇ ਮੈਨੂੰ ਦਿੱਲੀ ਅਰੈਸਟ ਕਰ ਲਿਆ
ਘੇਰਾ ਪਾ ਲਿਆ। ਕਹਿੰਦੇ ਤੁਹਾਡਾ ਨਾਮ ਕੀ ਹੈ? ਮਾਨ ਕੌਰ ਨਾਮ ਹੈ ਤੁਹਾਡਾ? ਮੈਂ ਕਿਹਾ ਹਾਂਜੀ। ਕਹਿੰਦੇ ਅਸੀਂ ਸਪੈਸ਼ਲ ਸੈੱਲ ਤੋਂ ਆਏ ਹਾਂ, ਸਭ ਨੇ ਤੁਹਾਨੂੰ ਬੁਲਾਇਆ ਹੈ। ਤੇ ਹੁਣੇ ਮੈਂ ਕਿਹਾ ਮੈਂ ਆਪਣੇ ਘਰੇ ਜਾਣਾ ਹੈ, ਮੈਂ ਟ੍ਰੇਨ ਫੜਨੀ ਹੈ। ਤੇ ਕਹਿੰਦੇ ਕੋਈ ਨਾ, ਹੁਣੇ ਤੁਹਾਨੂੰ 15-20 ਮਿੰਟ ਇੱਥੇ ਛੱਡ ਜਾਵਾਂਗੇ, ਐਸੀ ਕੋਈ ਗੱਲ ਨਹੀਂ ਹੈ। ਉਸ ਤੋਂ ਬਾਅਦ ਇਹ ਲੈ ਗਏ। ਜਾਂਦੇ ਹੀ ਇਹਨਾਂ ਨੇ ਮੈਨੂੰ ਟੌਰਚਰ ਮੇਰਾ ਸ਼ੁਰੂ ਕਰ ਲਿਆ। ਫਿਰ 17 ਦਿਨ ਬੀਤ ਗਏ। ਇਹ ਕਿਹੜੇ ਸਾਲ ਦੀ ਗੱਲ ਹੈ ਭੈਣ ਜੀ? ਇਹ ਮੈਂ 2000 ਦੀ ਗੱਲ ਹੈ, ਅਗਸਤ ਮਹੀਨੇ ਦੀ। ਤੇ 2004 ਵਿੱਚ ਮੈਂ ਉਥੋਂ ਬਰੀ ਹੋਈ ਸੀ। ਭੈਣ ਜੀ ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 4 ਭੈਣਾਂ ਤੇ 2 ਭਰਾ ਸੀ। 2 ਭਰਾ ਹੈ, 1 ਭਰਾ ਹੈ ਹੁਣ, ਤੇ 1 ਦੀ ਡੈਥ ਹੋ ਗਈ ਸੀ। ਉਹਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਸੀ, ਬਹੁਤ ਹੀ ਜ਼ਿਆਦਾ। ਬਾਰ-ਬਾਰ ਥਾਣੇ 'ਚ ਬੁਲਾਉਣਾ, ਬਾਰ-ਬਾਰ ਉਹਨੂੰ ਪਰੇਸ਼ਾਨ ਕਰਨਾ। ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ। ਉਹਦੇ ਛੋਟੇ-ਛੋਟੇ 2 ਬੱਚੇ ਰਹਿ ਗਏ ਸੀ। 1 ਭਰਾ ਹੈ, ਉਹ ਫੌਜ 'ਚੋਂ ਰਿਟਾਇਰ ਆਇਆ ਦਾ ਹੈ। ਹੁਣ ਉਹਦੇ ਬੱਚਿਆਂ ਨੂੰ ਵੀ ਪਾਲਦਾ ਹੈ, ਆਪਣੇ ਵੀ ਪਾਲਦਾ ਹੈ। ਠੇਕੇਦਾਰੀਆਂ ਦਾ ਕੰਮ ਲੈਂਦਾ ਹੈ, ਰੋਡਾਂ ਬਣਾਉਂਦਾ ਹੈ, ਸੜਕਾਂ ਬਣਾਉਂਦਾ ਹੈ, ਤੇ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਉਹ। ਭੈਣ ਜੀ ਤੁਹਾਡੀਆਂ ਕਿੰਨੀਆਂ ਭੈਣਾਂ ਜਿਹੜੀਆਂ ਨੇ ਉਹ ਇਸ ਸੰਘਰਸ਼ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ? ਉਹ ਅਸੀਂ 3 ਭੈਣਾਂ ਸੀ, 1 ਮੈਂ ਆ। ਅਸੀਂ 4 ਭੈਣਾਂ, 1 ਨਹੀਂ ਸੀ ਸੰਘਰਸ਼ ਵਿੱਚ, ਉਹ ਮੇਰੇ ਤੋਂ ਵੱਡੀ ਹੈ। ਤੇ 1 ਜਿਹੜੀ ਮੇਰੇ ਤੋਂ ਛੋਟੀ ਹੈ, ਰਵਿੰਦਰ ਕੌਰ, ਨਿਰਮਲ ਸਿੰਘ ਨਿੰਮੇ ਦੀ ਸਿੰਘਣੀ। ਸੰਘਰਸ਼ ਵਿੱਚ ਚਲੋ ਕੁਝ ਕੀਤਾ ਹੈ ਨਹੀਂ ਕੀਤਾ। ਨਿੰਮਾ ਜੋ ਸੁੱਖਾ ਸਿੰਘ ਤੇ ਜਿੰਦਾ ਉਹਨਾਂ ਦਾ ਸਾਥੀ ਸੀ, ਉਹਨਾਂ ਦੇ ਨਾਲ ਵਿਆਹੀ ਹੋਈ ਭਾਈ ਨਿਰਮਲ ਸਿੰਘ ਨਿੰਮੇ ਨਾਲ? ਹਾਂਜੀ ਜੀ। ਨਿਰਮਲ ਸਿੰਘ ਨਿੰਮਾ ਜੋ ਜਿੰਦੇ ਔਰ ਸੁੱਖੇ ਵੀਰਾਂ ਨਾਲ ਸੀ, ਉਹਨਾਂ ਦੀ ਸਿੰਘਣੀ ਆ ਉਹ। ਤੇ 1 ਭੈਣ ਚਰਨਜੀਤ ਕੌਰ, ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਜੋ ਸਵਰਗ ਸਿਧਾਰ ਗਏ ਨੇ, ਇੱਕ ਉਹ ਚਰਨਜੀਤ ਕੌਰ ਜੀ ਨੇ ਤੁਹਾਡੇ ਭੈਣ ਜੀ? ਉਹ ਚਰਨਜੀਤ ਕੌਰ ਮੇਰੀ ਭੈਣ ਜੀ ਸਭ ਤੋਂ ਛੋਟੀ ਸੀ, ਬਹੁਤ ਚੜ੍ਹਦੀ ਕਲਾ ਵਾਲੀ ਸੀ। 24-25 ਸਾਲ ਤੋਂ ਜਲਾਵਤ ਨਹੀਂ ਸੀ ਉਹ। ਉਹਦਾ ਦੁੱਖ ਨਹੀਂ ਸਾਡੇ ਤੋਂ ਬਰਦਾਸ਼ਤ ਹੋ ਰਿਹਾ। ਚਲੋ ਮਹਾਰਾਜ ਆਪੇ ਦੇਣਗੇ ਸਹਾਰਾ। ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪੈਂਦਾ ਹੈ। ਆਪਣੇ ਬੱਚੇ 2 ਛੱਡ ਗਈ, ਸਿੰਘ ਨੂੰ ਛੱਡ ਗਈ, ਕਿਤੇ ਬੱਚਿਆਂ ਨੂੰ ਉਹਦੇ 2, ਉਹ ਵੀ ਪਤਾ ਨਹੀਂ ਕਿੱਥੇ ਹਨ। ਕਿਸੇ ਵੀਰ ਕੋਲੋਂ ਇੱਕ ਵਾਰ ਬੇਨਤੀ ਕੀਤੀ ਸੀ ਥੋੜ੍ਹੇ ਦਿਨ ਪਹਿਲੇ ਕਿ ਮੇਰੀ ਬੱਚੇ ਨਾਲ ਕਾਲ ਕਰਵਾਓ, ਫੋਨ ਕਰਵਾਓ। ਇੰਨੀਆਂ ਸਾਲਾਂ ਦੀ ਬੱਚੇ ਦੀ ਕਦੇ ਆਵਾਜ਼ ਨਹੀਂ ਸੁਣੀ। ਚਲੋ ਬੱਚਿਆਂ ਦੀ ਆਵਾਜ਼ ਸੁਣ ਲਈਏ, ਉਹ ਮੇਰੀ ਬੇਨਤੀ ਕਿਸੇ ਨੇ ਮਨਜ਼ੂਰ ਨਹੀਂ ਕੀਤੀ। ਜਿਵੇਂ ਭੈਣ ਜੀ ਦੱਸ ਰਿਹਾ ਕਿ ਇਹਨਾਂ ਦਾ ਸਾਰਾ ਪਰਿਵਾਰ ਹੀ ਸਿੱਖ ਸੰਘਰਸ਼ ਵਿੱਚ ਹੈ। 3 ਭੈਣਾਂ ਜੋ ਸੰਘਰਸ਼ੀ ਸਿੰਘਾਂ ਦੇ ਨਾਲ ਜਿਨ੍ਹਾਂ ਦੀ ਸ਼ਾਦੀ ਹੋਈ। 1 ਭੈਣ ਜੀ ਥੋੜ੍ਹੇ ਦਿਨ ਪਹਿਲਾਂ ਇਹ ਦੁਨੀਆ ਤੋਂ ਚਲੇ ਗਏ ਆ, ਭੈਣ ਜੀ ਚਰਨਜੀਤ ਕੌਰ। ਅਤੇ ਇਹ ਭੈਣ ਜੀ ਨੇ ਖੁਦ ਲੰਮਾ ਸਮਾਂ ਜੇਲ੍ਹ ਕੱਟੀ ਆ। ਘਰ ਤਬਾਹ ਹੋ ਗਏ, ਘਰਾਂ ਵਿੱਚ ਘਾਹ ਉੱਗ ਗਿਆ। ਬਿਲਕੁਲ ਸਰਕਾਰ ਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਦੁਬਾਰੇ ਇਹ ਕਦੀ ਵੀ ਆਪਣੇ ਕੌਮ ਲਈ ਗੱਲ ਨਾ ਕਰਨ। ਪਰ ਇਹ ਪਰਿਵਾਰ ਨੇ ਹਜੇ ਤੱਕ ਵੀ ਚੜ੍ਹਦੀ ਕਲਾ ਵਿੱਚ ਨੇ। ਅਕਾਲ ਪੁਰਖ ਦੀ ਕਿਰਪਾ ਹੈ ਇਸ ਪਰਿਵਾਰ ਦੇ ਉੱਤੇ, ਜੋ ਹਜੇ ਵੀ ਚੜ੍ਹਦੀ ਕਲਾ ਵਿੱਚ ਹੈ। ਭੈਣ ਜੀ ਇਸ ਸੰਘਰਸ਼ ਵਿੱਚ ਰਹਿੰਦਿਆਂ ਤੁਹਾਨੂੰ ਕੋਈ ਮਲਾਲ, ਤੁਹਾਨੂੰ ਕੋਈ ਪਛਤਾਵਾ ਤਾਂ ਨਹੀਂ? ਨਹੀਂ, ਕੋਈ ਪਛਤਾਵਾ ਨਹੀਂ। ਅਸੀਂ ਇਹੀ ਕਹਿੰਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਸਾਨੂੰ ਬਾਰ-ਬਾਰ ਮਾਰਨ ਤੇ ਬਾਰ-ਬਾਰ ਜਨਮ ਦੇਣ, ਔਰ ਸਾਡੇ ਤੋਂ ਜੋ ਤਿਲ ਫੁੱਲ ਦੀ ਸੇਵਾ ਹੋਏ ਅਕਾਲ ਪੁਰਖ ਸਾਡੇ ਤੋਂ ਲੈਣ। ਸਾਨੂੰ ਹੁਣ ਤੱਕ ਪਰੇਸ਼ਾਨੀਆਂ, ਇਸ ਲਈ ਵੀ ਅੱਜ ਤੋਂ 5-6 ਸਾਲ ਪਹਿਲੇ ਵੀ ਆਈ ਸੀ ਪੰਜਾਬ ਪੁਲਿਸ। ਉਹਨਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। 2-3 ਵਾਰ ਮੇਰੇ ਘਰੇ ਆ ਗਏ, ਜਿਸ ਤੋਂ ਬਾਅਦ ਮੈਂ 7-7 8-8 ਮਹੀਨੇ ਘਰ ਤੋਂ ਇੱਧਰ ਉੱਧਰ ਰਹੀ ਹਾਂ, ਇਹਨਾਂ ਤੋਂ ਡਰਦੀ ਕਿ ਫਿਰ ਝੂਠੇ ਕੇਸ ਪਾ ਲੈਣਗੇ। ਅੱਗੇ ਇੰਨੇ ਝੂਠੇ ਕੇਸ ਇਹਨਾਂ ਨੇ ਪਾਏ ਸੀ ਮੇਰੇ 'ਤੇ। ਮੇਰੇ ਦਰਵਾਜ਼ੇ ਬਾਰੀਆਂ ਜਿਹੜੇ ਹਨ ਉਹ ਵੀ ਸਿੰਕ ਨੇ ਖਾਏ ਖੜੇ ਸੀ। 8-8 ਮਹੀਨੇ 7-7 ਮਹੀਨੇ ਮੇਰਾ ਮਕਾਨ ਬੰਦ ਹੀ ਰਿਹਾ। ਹੁਣ ਉਸ ਤੋਂ ਬਾਅਦ ਜਾ ਕੇ ਉੱਥੇ ਪੇਸ਼ ਹੋ ਕੇ ਕੋਈ ਲੀਡਰਾਂ ਨੂੰ ਪਾ ਕੇ ਤੇ ਫਿਰ ਮੈਂ ਆਪਣੀ ਉਹਨਾਂ ਕੋਲੋਂ ਜਾਨ ਖਲਾਸੀ ਕਰਵਾਈ ਕਿ ਮੈਨੂੰ ਨਾ ਪਰੇਸ਼ਾਨ ਕਰੋ। ਮੈਂ ਇੱਕ ਹਾਊਸ ਵਾਈਫ ਹਾਂ। ਅੱਗੇ ਤੁਸੀਂ ਮੈਨੂੰ ਟੌਰਚਰ ਕਰ ਕਰਕੇ ਮੇਰੀ ਹੱਡੀ ਤੋੜੀ ਪਈ ਹੈ, ਅਤੇ ਮੈਨੂੰ ਆਪਣੇ ਘਰ ਰਹਿਣ ਦਿਓ, ਨਾ ਪਰੇਸ਼ਾਨ ਕਰੋ ਮੈਨੂੰ। ਔਰ ਇੱਕ ਮਿੰਟ ਦਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਕੋਈ ਕੀ ਕਰਦਾ ਹੈ, ਲੇਕਿਨ ਇਹ ਕਿ ਬਹੁਤ ਅਤਿਆਚਾਰ ਔਰ ਬਹੁਤ ਜ਼ੁਲਮ ਕਰਦੇ ਨੇ ਝੂਠੇ ਕੇਸ ਪਾ ਕੇ।
ਬਹੁਤ ਪਰੇਸ਼ਾਨ ਕਰਦੇ ਹਨ। ਇਸ ਟਾਈਮ ਤੱਕ ਵੀ ਮੈਨੂੰ ਅੱਜ ਤੋਂ 3-4 ਸਾਲ ਹੀ ਪਹਿਲੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੈ ਕਿ ਮੈਂ ਦੱਸ ਨਹੀਂ ਸਕਦੀ। ਭੈਣ ਜੀ ਨੇ ਆਪਣਾ ਜਿਹੜਾ ਜੀਵਨ ਆ ਉਹਦੇ ਬਾਰੇ ਦੱਸਿਆ, ਤੇ ਭੈਣ ਜੀ ਹਜੇ ਵੀ ਚੜ੍ਹਦੀ ਕਲਾ ਵਿੱਚ ਨੇ, ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਵੀ ਸਾਨੂੰ ਜਨਮ ਮਿਲੇ ਅਸੀਂ ਆਪਣੀ ਕੌਮ ਵਾਸਤੇ ਜੂਝਦੇ ਰਹੀਏ। ਇਸ ਕਰਕੇ ਜਿਹੜੇ ਵੀ ਸੰਘਰਸ਼ ਵਿੱਚ ਆਏ ਉਹ ਕਿਸੇ ਦੇ ਕਹਿਣ 'ਤੇ ਜਾਂ ਕਿਸੇ ਦੇ ਸਹਾਨ ਨੂੰ ਨਹੀਂ, ਜਦੋਂ ਅਕਾਲ ਪੁਰਖ ਜਿਹਦੇ ਉੱਤੇ ਕਿਰਪਾ ਕਰਦਾ ਹੈ ਉਹੀ ਇਹ ਸੰਘਰਸ਼ ਵਿੱਚ ਆ ਸਕਦਾ ਹੈ। ਤੇ ਨਾ ਹੀ ਕਿਸੇ ਨੂੰ ਕਿਸੇ ਉੱਤੇ ਇਹ ਮਲਾਲ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਅਸੀਂ ਉੱਜੜ ਗਏ, ਅਸੀਂ ਲੁੱਟੇ ਗਏ, ਅਸੀਂ ਮਾਰੇ ਗਏ। ਇਹ ਕਦੀ ਵੀ ਕਿਸੇ ਪਰਿਵਾਰ ਨੂੰ ਇਸ ਮਸਲੇ 'ਤੇ ਗੱਲ ਨਹੀਂ ਕਰਨੀ ਚਾਹੀਦੀ। ਭੈਣ ਜੀ ਨਾਲ ਗੱਲਬਾਤ ਕਰਕੇ ਬੜਾ ਉਤਸ਼ਾਹ ਮਿਲਿਆ ਕਿ ਅਸੀਂ ਵੀ ਜਿਵੇਂ ਸੋਚਦੇ ਹਾਂ ਸੇਵਾ ਕਰ ਰਹੇ ਹਾਂ, ਜੋ ਕੁਝ ਸਾਡੇ ਨਾਲ ਬੀਤਿਆ, ਪਰ ਜਦੋਂ ਇਹਨਾਂ ਭੈਣਾਂ ਵੱਲ ਵੇਖੀਦਾ ਕਿ ਜਿਨ੍ਹਾਂ ਦੇ ਪਰਿਵਾਰ ਹੀ ਵਿਛੜ ਗਿਆ, ਕੋਈ ਬੱਚਾ ਕਿਤੇ ਆ, ਕੋਈ ਬੱਚਾ ਕਿਤੇ ਆ, ਦੁਬਾਰੇ ਕਦੀ ਮੇਲ ਹੀ ਨਹੀਂ ਹੋਏ, ਇਹੋ ਜਿਹੇ ਹਾਲਾਤਾਂ ਵਿੱਚ ਇਸ ਪਰਿਵਾਰ ਦਾ ਜਿਹੜਾ ਜੀਵਨ ਆ ਉਹ ਇੱਕ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ ਕਿ ਸਾਨੂੰ ਐਡੀ ਛੇਤੀ ਦਿਲ ਨਹੀਂ ਛੱਡ ਦੇਣਾ ਚਾਹੀਦਾ ਕਿ ਥੋੜ੍ਹਾ ਚਿਰ ਜੇਲ੍ਹ 'ਚ ਰਹਿ ਕੇ ਜਾਂ ਆਪਣਾ ਥੋੜ੍ਹਾ ਇੰਟਰੋਗੇਸ਼ਨ ਚੱਲ ਕੇ ਤੇ ਬਾਅਦ ਵਿੱਚ ਦੂਜਿਆਂ ਨੂੰ ਮਿਹਣੇ ਮਾਰਦੇ ਰਹੀਏ ਤੇ ਕਹਿੰਦੇ ਰਹੀਏ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਜਥੇਬੰਦੀ ਨੇ ਸਾਨੂੰ ਪੁੱਛਿਆ ਨਹੀਂ, ਜਾਂ ਸਾਡੇ ਨਾਲ ਇਹ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਛੱਡ ਕੇ ਭੈਣ ਜੀ ਤੋਂ ਸਿੱਖਿਆ ਲੈਣੀ ਚਾਹੀਦੀ ਆ। ਪਰ ਜਿਹੜਾ ਸਾਡਾ ਫਰਜ਼ ਬਣਦਾ, ਜੋ ਕੌਮ ਦਾ ਫਰਜ਼ ਬਣਦਾ, ਉਹ ਸਾਨੂੰ ਜ਼ਰੂਰ ਨਿਭਾਉਣਾ ਚਾਹੀਦਾ। ਜੇ ਸੰਘਰਸ਼ ਕਰਨ ਵਾਲੇ ਖੁਦ ਨਹੀਂ ਤੁਹਾਡੇ ਤੋਂ ਕੁਝ ਮੰਗਦੇ ਤੇ ਉਹਨਾਂ ਨੇ ਕਿਸੇ ਤੋਂ ਮੰਗਣ ਵਾਸਤੇ ਵੀ, ਕਿਸੇ ਤੋਂ ਲੈਣ ਵਾਸਤੇ ਸੰਘਰਸ਼ ਨਹੀਂ ਪਏ ਹੁੰਦੇ, ਉਹ ਆਪਣੀ ਮਰਜ਼ੀ ਦੇ ਨਾਲ ਸੰਘਰਸ਼ ਵਿੱਚ ਆਉਂਦੇ ਆ। ਅਕਾਲ ਪੁਰਖ ਦੀਆਂ ਖੁਸ਼ੀਆਂ ਲੈਣ ਵਾਸਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਸੰਘਰਸ਼ 'ਚ ਆਉਂਦੇ ਆ। ਪਰ ਸਾਨੂੰ ਜਿਹੜੇ ਭਰਾ ਆਪਣੇ ਸਰੀਰਕ ਦੇ ਨਾਲ ਸੰਘਰਸ਼ ਨਹੀਂ ਆਉਂਦੇ, ਉਹ ਮਾਇਆ ਦੇ ਨਾਲ ਜ਼ਰੂਰ ਇਹਨਾਂ ਪਰਿਵਾਰਾਂ ਦੀ ਜਿਹੜੀ ਆ ਉਹ ਸਪੋਰਟ ਕਰਿਆ ਕਰਨ, ਕਿਉਂਕਿ ਮਾਇਆ ਤੋਂ ਬਿਨਾ ਕੋਈ ਵੀ ਸੰਘਰਸ਼ ਨਹੀਂ ਚੱਲਦਾ। ਕੋਈ ਵੀ ਕਿਸੇ ਸੰਘਰਸ਼ ਜਾਂਦੇ ਆ ਉੱਥੇ ਮਾਇਆ ਦੀ ਲੋੜ ਪੈਂਦੀ ਆ। ਜਿਹੜੇ ਪਰਿਵਾਰ ਇਸ ਤਰ੍ਹਾਂ ਆਪਣੇ ਆਪ ਨੂੰ ਕੌਮ ਦੇ ਲਈ ਅੱਗ ਵਿੱਚ ਝੁਕ ਦਿੰਦੇ ਆ, ਆਪਣੇ ਪਰਿਵਾਰ ਨੂੰ ਵਾਰ ਦਿੰਦੇ ਆ, ਤੇ ਅਸੀਂ ਉਹਨਾਂ ਦੀ ਮਾਇਆ ਪੱਖੋਂ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ। ਅੱਜ ਅਸੀਂ ਇੱਥੇ ਪਹੁੰਚੇ ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਭੈਣ ਜੀ ਨੂੰ ਲੱਖ ਰੁਪਈਆ ਅੱਜ ਦੇ ਰਹੇ ਹਾਂ। ਇਸ ਤਰ੍ਹਾਂ ਹੀ ਸਾਰਿਆਂ ਨੂੰ ਚਾਹੀਦਾ ਕਿ ਜਿਹੜੇ ਭਾਵੇਂ ਜੇਲ੍ਹਾਂ ਵਿੱਚ ਬੰਦ ਨੇ ਜਾਂ ਜਿਹੜੇ ਇਸ ਤਰ੍ਹਾਂ ਪਰਿਵਾਰ ਨੇ ਜਿਨ੍ਹਾਂ ਨੇ ਕੌਮ ਲਈ ਬਹੁਤ ਯੋਗਦਾਨ ਪਾਇਆ, ਅਸੀਂ ਉਹਨਾਂ ਦਾ ਸਪੋਰਟ ਕਰੀਏ। ਭੈਣ ਜੀ ਦਾ ਨੰਬਰ ਮੈਂ ਤੁਹਾਨੂੰ ਦੱਸਾਂਗਾ, ਤੇ ਇਸ ਵੀਡੀਓ ਥੱਲੇ ਵੀ ਨੰਬਰ ਜਿਹੜਾ ਉਹ ਭੈਣ ਜੀ ਦਾ ਚੱਲ ਰਿਹਾ, ਤੁਸੀਂ ਸਿੱਧਾ ਕੰਟੈਕਟ ਕਰਕੇ ਵੀ ਇਹ ਭੈਣ ਜੀ ਦੀ ਮਦਦ ਕਰ ਸਕਦੇ ਹੋ। ਭੈਣ ਜੀ ਨਾਲ ਅਸੀਂ ਕੁਝ ਉਹਨਾਂ ਦੇ ਜਿਹੜੇ ਹਾਲਾਤ ਨੇ ਘਰ ਦੇ, ਉਹਦੇ ਬਾਰੇ ਗੱਲ ਕਰਦੇ ਹਾਂ। ਭੈਣ ਜੀ, ਤੁਹਾਡੇ ਘਰ ਦੇ ਹਾਲਾਤ ਕਿਵੇਂ ਨੇ ਇਸ ਟਾਈਮ? ਵੀਰ ਜੀ, ਇਸ ਤਰ੍ਹਾਂ ਹੈ ਕਿ ਜਿਹੜੇ ਆਪਣਾ ਬਲਵੀਰ ਸਿੰਘ ਬਹਿੰਸ ਹੋ ਰਹੀ ਯਾਨੀ ਇਹਨਾਂ ਨੇ ਸਾਨੂੰ 2000 ਮਤਲਬ 3 ਸਾਲ ਪਹਿਲੇ ਟਰੱਕ ਪਾ ਕੇ ਦਿੱਤਾ ਸੀ। ਟਰੱਕ ਕੀ ਪਾਇਆ ਸੀ ਕਿ 2 ਲੱਖ ਰੁਪਈਆ ਉਹਨਾਂ ਨੇ ਸਾਨੂੰ ਦਿੱਤਾ ਸੀ, ਤੇ ਅਸੀਂ 2006 ਮਾਡਲ ਲਿਆ ਸੀ, ਜਿਹਦਾ ਸਾਰਾ ਪੈਸਾ ਬਣ ਗਿਆ ਸੀ ਤਕਰੀਬਨ ਕੋਈ 8-9 ਲੱਖ ਰੁਪਈਆ ਫਾਈਨੈਂਸਰਾਂ ਕੋਲੋਂ ਜਿਹੜਾ ਕੇਸ ਕਰਵਾਇਆ ਸੀ। 1 ਸਾਲ ਉਹਦੀਆਂ ਕਿਸ਼ਤਾਂ ਵੀ ਚੱਲਦੀ ਰਹੀਆਂ, ਘਰ ਦਾ ਹੀ ਥੋੜ੍ਹਾ ਦਾਲ ਫੁਲਕਾ ਚੱਲਦਾ ਰਿਹਾ। ਹੁਣ ਕਰੋਨੇ ਤੋਂ ਬਾਅਦ ਬਿਲਕੁਲ ਸਾਡੀਆਂ ਕਿਸ਼ਤਾਂ ਹੀ ਡਿਊ ਪਈਆਂ ਤੇ ਘਰ ਦਾ ਗੁਜ਼ਾਰਾ ਚੱਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਪਿਛਲੇ ਦਿਨਾਂ 'ਚ ਮੇਰੀ ਘਰ ਪੋਤਰੀ ਦਾ ਜਨਮ ਹੋਇਆ, ਉਹ ਵੈਂਟੀਲੇਟਰ 'ਤੇ ਰਹੀ ਬੱਚੀ 16 ਦਿਨ, ਤੇ ਬਹੁਤ ਹੀ ਮਤਲਬ ਅਸੀਂ ਔਖੇ ਦਿਨ ਦੇਖੇ ਹਨ, ਬਹੁਤ ਹੀ, ਜੋ ਕਿ ਮੈਂ ਲੋਕਾਂ ਕੋਲੋਂ ਫੜ ਕੇ ਤੇ ਆਪਣਾ ਹਸਪੀਟਲ ਦਾ ਉਸ ਬੱਚੀ ਦਾ ਟਾਈਮ ਕਢਾਇਆ, ਬੱਚੀ ਨੂੰ ਠੀਕ ਕਰਕੇ ਘਰ ਲਿਆਂਦਾ। ਤੇ ਇਸ ਤਰ੍ਹਾਂ ਹੈ ਕਿ ਕਰਨ ਵਿੱਚ ਹੁਣ ਉਹ ਹੈ ਕਿ ਟਰੱਕ ਦਾ ਇਹ ਹੈ ਕਿ ਬਿਲਕੁਲ ਮਤਲਬ ਇਸ ਤਰ੍ਹਾਂ ਹੋ ਗਿਆ ਤਾਂ ਉਹ ਵੇਚ ਰਹੇ ਹਾਂ ਅਸੀਂ, ਵੇਚ ਕੇ ਤੇ ਫਾਈਨੈਂਸਰਾਂ ਦਾ ਪੈਸਾ ਹੀ ਪੂਰਾ ਹੋ ਜਾਏ, ਉਹ ਵੀ ਬਹੁਤ ਹੈ। 2 ਲੱਖ ਸੀ, 2 ਨਾਲ 8.5 ਲੱਖ ਰੁਪਇਆ ਬਣਿਆ ਦਾ ਸੀ ਫਾਈਨੈਂਸਰਾਂ ਦਾ ਸਾਰਾ ਪਾ ਕੇ। ਤੇ ਉਹ ਸਰਦਾਰ ਜੀ ਕਹਿ ਰਹੇ ਸੀ ਅੱਜ ਕੱਲ੍ਹ ਇਹਨੂੰ ਵੇਚ ਕੇ ਤੇ ਫਾਈਨੈਂਸਰ ਮਗਰ ਪੇ ਦੇਣ, ਕਹਿੰਦੇ ਤੁਹਾਡੀ ਗੱਡੀ ਫੜ ਲੈਣੀ ਹੈ ਤੇ ਸਾਡਾ ਪੈਸਾ ਚੁਕਾਓ ਤੁਸੀਂ। ਜਿਹਦੇ ਵਿੱਚ ਇੱਕ ਵੀਰ ਜੀ ਹਨ ਕੁਲਦੀਪ ਸਿੰਘ,
ਉਹ USA ਨੂੰ, ਉਹਨਾਂ ਨੇ ਸਾਨੂੰ 50,000 ਰੁਪਇਆ ਦਿੱਤਾ ਸੀ। ਵਿੱਚ ਜਿਸਲੇ ਕਿਤੇ ਮੈਨੂੰ ਘਰ ਤੰਗੀ ਲੱਗਦੀ ਹੈ, ਸੌਦਾ ਪੱਤਰ ਪਾਉਣਾ ਹੁੰਦਾ ਹੈ, ਘਰ ਕੋਈ ਵੀ ਹੁੰਦੀ ਹੈ, ਉਹਨਾਂ ਨੂੰ ਬੇਨਤੀ ਕਰਦੀ ਹਾਂ। ਉਹ ਵਿਚਾਰੇ ਫਿਰ ਕਦੇ ਮੈਨੂੰ ਵਿਚਾਰੇ ਭੇਜਦੇ ਹੀ ਰਹਿੰਦੇ ਹਨ ਥੋੜ੍ਹਾ ਘਰ ਦੇ ਸਮਾਨ ਵਾਸਤੇ। ਬੇਟੀ ਨੇ ਕੀਤੀ ਸੀ GNM, ਉਹ ਅੱਜ ਤੋਂ 11-12 ਸਾਲ ਪਹਿਲਾਂ ਦੀ ਗੱਲ ਹੈ। ਅਤੇ ਉਹ ਗੁਰਮੇਲ ਸਿੰਘ ਵੀਰ ਜੀ ਹਨ USA, ਉਹਨਾਂ ਨੇ ਬੇਟੀ ਨੂੰ GNM ਅੱਧੀ ਕਰਵਾਈ। ਉਸ ਤੋਂ ਬਾਅਦ ਬੇਟੀ ਦਾ ਮੈਂ ਆਨੰਦ ਕਾਰਜ ਕਰਵਾ ਲਿਆ, ਅੱਧੀ ਰਹਿ ਗਈ ਸੀ। ਗੁਰਮੇਲ ਸਿੰਘ ਵੀਰ ਜੀ ਨੇ ਵੀ ਅੱਜ ਤੋਂ ਕੁਝ ਸਾਲ ਮੇਰੀ ਬਹੁਤ ਕੀਤੀ ਸੀ, ਜਿਹਦੇ ਨਾਲ ਕਿ ਮੇਰਾ ਘਰ ਦਾ ਖਰਚਾ ਚੱਲਦਾ ਰਿਹਾ। ਅਤੇ ਸਰਦਾਰ ਜੀ ਪ੍ਰਾਈਵੇਟ ਟਰੱਕ ਕਿਸੇ ਦਾ ਚਲਾਉਂਦੇ ਹਨ, ਹੁਣ ਕਹਿੰਦੇ ਨੇ ਉਹ ਆਪਣਾ ਵੇਖ ਕੇ ਪ੍ਰਾਈਵੇਟ ਹੀ ਕਿਸੇ ਦਾ ਚਲਾਉਣਾ ਪੈਣਾ ਹੈ, ਅਤੇ ਬਹੁਤ ਮੁਸ਼ਕਿਲ ਹੈ। ਕਰੋਨੇ ਦਾ ਟਾਈਮ, ਕੰਮ ਵੀ ਘੱਟ ਹੈ। ਚਲੋ ਸਾਨੂੰ ਕੋਈ ਦੇ ਨਾ ਦੇ ਕੋਈ ਡਰ ਨਹੀਂ, ਲੇਕਿਨ ਜਿਹੜੇ ਜੇਲ੍ਹਾਂ 'ਚ ਵੀਰ ਬੈਠੇ ਦੇ ਹਨ, ਅਸੀਂ ਕੱਟ ਕੇ ਆਏ ਹਾਂ, ਸਾਨੂੰ ਪਤਾ ਹੈ ਉਹ ਕਿਸ ਤਰ੍ਹਾਂ ਕੱਟ ਰਹੇ ਹਨ। ਉਹਨਾਂ ਦੀ ਜੇਲ੍ਹਾਂ ਜਿਹੜੀਆਂ ਹਨ ਉਹ ਵੀ ਪੈਸਿਆਂ ਤੋਂ ਬਿਨਾਂ ਨਹੀਂ ਕੱਟੀਆਂ ਜਾਂਦੀਆਂ। ਜੇਲ੍ਹਾਂ ਵੀ ਪੈਸੇ ਹੋਣਗੇ ਅਤੇ ਤਾਂ ਹੀ ਤੁਸੀਂ ਜੇਲ੍ਹ ਆਰਾਮ ਨਾਲ ਥੋੜ੍ਹੀ ਕੱਢ ਸਕੋਗੇ, ਨਹੀਂ ਤਾਂ ਉਹ ਤੁਹਾਡੇ ਕੋਲੋਂ ਗੰਦਗੀ ਵੀ ਚੁਕਾਉਣਗੇ। ਮੈਂ ਆਪਣੀ ਮਿਸਾਲ ਤੁਹਾਨੂੰ ਦਿੰਦੀ ਹਾਂ ਕਿ ਮੈਨੂੰ ਮਹੀਨੇ ਕੁਝ ਆਪਣੀਆਂ ਜਥੇਬੰਦੀਆਂ ਸਨ, ਜਿਸ ਤਰ੍ਹਾਂ ਦਲਜੀਤ ਸਿੰਘ ਬਿੱਟੂ ਹੋਰੀ ਦੂਜੇ ਹੋ ਗਏ, ਉਹ ਮੈਨੂੰ ਭੇਜਦੇ ਰਹੇ ਕੁਝ ਜੇਲ੍ਹ ਵਿੱਚ ਮਹੀਨੇ ਦੇ ਮਹੀਨੇ ਖਰਚਾ ਪਰਚਾ, ਸਾਬਣ ਤੇਲ ਜੋ ਲੈਣਾ, ਆਪਣਾ ਚਾਹ ਪਾਣੀ ਪੀਣਾ, ਉਹਦੇ ਨਾਲ ਮੇਰਾ ਚੱਲਦਾ ਰਿਹਾ। ਉੱਥੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਸੀ ਸਮਝਦਾ। ਮੈਂ ਉਹਨਾਂ ਨੂੰ ਕਹਿੰਦੀ ਸੀ ਨਹੀਂ ਮੈਂ ਘਰੋਂ ਠੀਕ ਹਾਂ, ਕਿ ਜੇ ਆਪਣੇ ਆਪ ਨੂੰ ਆਖੋ ਸਾਡੇ ਕੋਲ ਕੁਛ ਨਹੀਂ ਹੈ, ਫਿਰ ਜਿਹੜੀਆਂ ਰੋਟੀਆਂ ਬਚਦੀਆਂ ਨਾ, ਅਤੇ ਉਹ ਖੱਤਾ ਇਹਨਾਂ ਨੇ ਇੱਕ ਬਣਾਇਆ ਦਾ ਹੁੰਦਾ ਹੈ। ਉਹ ਰੋਟੀਆਂ 2-2 6-6 ਮਹੀਨਿਆਂ ਦੀਆਂ, 2-2 ਮਹੀਨਿਆਂ ਦੀਆਂ ਉੱਥੇ ਉਹਨਾਂ ਜਮ੍ਹਾਂ ਕੀਤੀਆਂ ਦੀਆਂ ਹੁੰਦੀਆਂ ਹਨ। ਉਹਨਾਂ 'ਚ ਕੀੜੇ ਪਏ ਦੇ ਹੁੰਦੇ ਹਨ, ਬਹੁਤ ਵੱਡਾ ਡੰਮ ਲੱਗਿਆ ਦਾ ਹੁੰਦਾ ਹੈ। ਫਿਰ ਉਹ ਬਾਹਰੋਂ ਮੰਗਵਾਉਂਦੇ ਹਨ, ਗੱਡੀਆਂ ਮੰਗਵਾਉਂਦੇ ਹਨ, ਉਹ ਗੱਡੀਆਂ ਲੋਡ ਕਰਨੀਆਂ ਪੈਂਦੀਆਂ ਹਨ, ਲੇਡੀਜ਼ ਕਰਦੀਆਂ ਹਨ। ਜਿਹੜੀਆਂ ਨਾਰਮਲ ਹੋਣਗੀਆਂ ਉਹਨਾਂ ਨੂੰ ਬੁਲਾਉਣਗੇ ਕਿ ਚਲੋ ਫੜੋ ਬਾਟੇ ਟੋਕਰੇ ਫੜੋ, ਗੱਡੀ ਲੋਡ ਕਰੋ। ਅਤੇ ਉਹ ਫਿਰ ਜੇਲ੍ਹਾਂ ਦੀ ਗੱਲ ਆਈ ਕਿ ਜੇਲ੍ਹ ਪੈਸਿਆਂ ਤੋਂ ਬਿਨਾਂ ਨਹੀਂ ਕੱਟੀ ਜਾਂਦੀ। ਜਿਹੜਾ ਜੇਲ੍ਹ ਦਾ ਸਟਾਫ ਹੁੰਦਾ ਹੈ, AS ਵਗੈਰਾ ਹੁੰਦੇ ਹਨ, ਉਹਨਾਂ ਨੂੰ ਅਸੀਂ ਦਿੰਦੇ ਸੀ, ਇਹ ਸਾਡੇ ਕੋਲੋਂ ਲੈ ਲਓ, 200 ਦਾ ਕੋਪਨ ਲੈ ਲਓ, 100 ਦੇ ਲੈ ਲਓ, 300 ਲੈ ਲਓ, ਸਾਡੇ ਕੋਲੋਂ ਇਹ ਗੱਡੀ ਨਾਲ ਲੋਡ ਕਰਵਾਏ। ਕੀੜੇ ਪਏ ਦੇ ਹਨ, ਇਹ ਕੀੜੇ ਅਸੀਂ ਨਹੀਂ ਚੱਕਣ ਹੁੰਦੇ, ਸਾਡੇ ਕੋਲੋਂ ਟੋਕਰੇ ਨਹੀਂ ਸਿਰ 'ਤੇ ਚੱਕ ਸਕਦੇ ਅਸੀਂ। ਇੱਕ ਤਾਂ ਇਹਨਾਂ ਨੇ ਮਾਰਾਂ ਕੁੱਟਾਂ ਕਰਕੇ ਸਰੀਰ ਬਰਬਾਦ ਕੀਤੇ ਦੇ ਹੁੰਦੇ ਹਨ, ਅਤੇ ਦੂਸਰਾ ਇਹ ਟੋਕਰੇ ਕਿੱਥੇ ਸਾਡੇ ਕੋਲੋਂ ਚੱਕੇ ਜਾਣੇ ਸੀ, ਪੂਰੀਆਂ ਗੱਡੀਆਂ ਲੋਡ ਕਰਨੀਆਂ। ਇਸ ਕਰਕੇ ਜਿਹੜੇ ਬੰਦੀ ਵੀਰ ਅੰਦਰ ਬੈਠੇ ਦੇ ਹਨ, ਉਹਨਾਂ ਦੀ ਵੀ ਤਕਲੀਫਾਂ ਨਾਲ ਦੇਖੋ, ਉਹਨਾਂ ਦੇ ਪਰਿਵਾਰਾਂ ਨੂੰ ਦੇਖੋ, ਉਹਨਾਂ ਦੀ ਅੰਦਰ ਜੇਲ੍ਹਾਂ ਨੂੰ ਦੇਖੋ, ਉਹਨਾਂ ਨੂੰ ਖਰਚੇ ਪਰਚੇ ਭੇਜੋ, ਅਤੇ ਜੋ ਚੜ੍ਹਦੀ ਕਲਾ ਵਿੱਚ ਕੱਢ ਸਕਣ। ਬਿਲਕੁਲ ਭੈਣ ਜੀ ਨੇ ਜਿਵੇਂ ਦੱਸਿਆ ਕਿ ਜੇਲ੍ਹਾਂ ਦੇ ਜਿਹੜੇ ਨੌਜਵਾਨ ਬੰਦ ਨੇ, ਉਹਨਾਂ ਦੇ ਹਾਲਾਤ ਇਸ ਟਾਈਮ ਬਹੁਤ ਕਈਆਂ ਦੇ ਖਰਾਬ ਨੇ। ਕਈਆਂ ਨੌਜਵਾਨਾਂ ਦੇ ਫੋਨ ਆਉਂਦੇ ਆ ਕਿ ਉਹ ਲੋਕਾਂ ਦੇ ਹੋਰ ਜਿਹੜੇ ਗੈਂਗਸਟਰ ਨੇ ਜਾਂ ਕੋਈ ਪੈਸੇ ਵਾਲੇ ਨੇ ਜਾਂ ਉੱਥੇ ਕੋਈ ਸਮਗਲਰ ਨੇ, ਉਹਨਾਂ ਦੇ ਭਾਂਡੇ ਮਾਂਜ ਕੇ, ਉਹਨਾਂ ਦੇ ਤੜਕਾ ਲਾ ਕੇ ਅਤੇ ਉਹ ਆਪਣਾ ਗੁਜ਼ਾਰਾ ਕਰਦੇ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ। ਭੈਣ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ? 7006531619। ਭੈਣ ਜੀ ਨੇ ਨੰਬਰ ਆਪਣਾ ਦੱਸਿਆ। ਜਿਹੜੇ ਵੀ ਵੀਰ ਇਹ ਭੈਣ ਜੀ ਦੀ ਹੈਲਪ ਕਰ ਸਕਦੇ ਆ, ਉਹ ਇਹਨਾਂ ਨਾਲ ਕੰਟੈਕਟ ਕਰਕੇ ਸਿੱਧੀ ਇਹਨਾਂ ਦੀ ਹੈਲਪ ਕਰ ਸਕਦੇ ਆ, ਕਿਉਂਕਿ ਅਸਲੀ ਸੰਘਰਸ਼ ਜਿਹੜਾ ਇਹਨਾਂ ਬੀਬੀਆਂ ਦਾ, ਕਈ ਬੀਬੀਆਂ ਦਾ ਹੋਰ ਵੀ ਆਪਾਂ ਵੇਖਦੇ ਆ ਜਿਨ੍ਹਾਂ ਨੇ ਕੌਮ ਲਈ ਸੰਘਰਸ਼ ਕੀਤਾ। ਕੁਛ ਕਈ ਵਾਰੀ ਅਸੀਂ ਇੱਕ ਪਰਿਵਾਰ ਨੂੰ ਹੀ ਸਾਰੇ ਬੰਨੇ, ਜਿਨ੍ਹਾਂ ਦਾ ਜ਼ਿਆਦਾ ਪਬਲਿਸਿਟੀ ਹੋਈ ਹੁੰਦੀ ਆ, ਜਿਨ੍ਹਾਂ ਦਾ ਜ਼ਿਆਦਾ ਮੀਡੀਆ ਵਿੱਚ ਆਇਆ ਹੁੰਦਾ ਹੈ, ਅਸੀਂ ਜ਼ਿਆਦਾ ਉੱਧਰ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਆ। ਪਰ ਕੁਝ ਪਰਿਵਾਰ ਉਹ ਨੇ ਜਿਨ੍ਹਾਂ ਦਾ ਮੀਡੀਆ ਵਿੱਚ ਨਹੀਂ ਆਇਆ ਹੁੰਦਾ ਜਾਂ ਚੁੱਪਚਾਪ ਘਰ ਬੈਠੇ ਹੁੰਦੇ ਆ, ਉਹਨਾਂ ਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ। ਸੋ ਇਸ ਕਰਕੇ ਇਸ ਜਿਹੜਾ PTN 24 ਵੱਲੋਂ ਇਹ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿ ਜਿਹੜੇ ਇਸ ਤਰ੍ਹਾਂ ਸੰਘਰਸ਼ ਵਿੱਚ ਜਿਨ੍ਹਾਂ ਨੇ ਆਪਣੀ ਯੋਗਦਾਨ ਪਾਇਆ, ਆਪਣੇ ਆਪ ਨੂੰ ਪੂਰਾ ਬਰਬਾਦ ਕਰ ਲਿਆ ਕੌਮ ਲਈ, ਅਤੇ ਉਹਨਾਂ ਦਾ ਜੀਵਨ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ, ਇਹ ਬਹੁਤ ਵੱਡਾ ਉਪਰਾਲਾ ਹੈ। ਸੋ ਭੈਣ ਜੀ ਨੇ ਆਪਣਾ ਨੰਬਰ ਤੁਹਾਨੂੰ ਦੱਸ ਦਿੱਤਾ, ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੀ ਹੈਲਪ ਕਰਨੀ। ਅੱਜ ਅਸੀਂ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਲੱਖ ਰੁਪਈਆ ਜਿਹੜਾ ਉਹ ਭੈਣ ਜੀ ਨੂੰ ਦੇਣ ਜਾ ਰਹੇ ਹਾਂ, ਅਤੇ ਇਸੇ ਤਰ੍ਹਾਂ ਆਪ ਜੀ ਵੀ ਜਿਸ ਤਰ੍ਹਾਂ ਸਿੱਧਾ ਕੰਟੈਕਟ ਕਰਕੇ ਭੈਣ ਜੀ ਦੀ ਮਦਦ ਕਰਦੇ ਰਹਿਣਾ। ਦਾਸ ਬਗੀਚਾ ਸਿੰਘ ਰੱਤਾ ਖੇੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭੈਣ ਜੀ ਮਾਨ ਕੌਰ ਨੂੰ
ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਲੱਖ ਰੁਪਇਆ ਮੈਡੀਕਲ ਵਾਸਤੇ ਦੇ ਰਹੇ ਆ। ਸੋ ਭੈਣ ਜੀ, ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵੀਰ ਮਨਜੀਤ ਸਿੰਘ ਜੀ ਦਾ ਵੀ, ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ। ਵਾਹਿਗੁਰੂ ਸਾਰੀ ਸੁਸਾਇਟੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਦਿਨ ਦੁਗਣੀ ਰਾਤ ਚੁਗਣੀ ਕਰੇ। ਕਿੰਨੀ ਮਾਇਆ ਤੁਹਾਨੂੰ ਦੇ ਰਹੇ ਅੱਜ? 1 ਲੱਖ ਰੁਪਈਆ। ਸੋ ਆਪ ਜੀ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ? ਸੰਗਤਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਸੇ ਤਰ੍ਹਾਂ ਹੀ ਜਿੰਨੇ ਹੀ ਮੇਰੇ ਵੀਰ ਭੈਣਾਂ ਕੱਟ ਕੇ ਆਏ ਦੇ ਹਨ, ਪਰੇਸ਼ਾਨੀਆਂ ਵਿੱਚ ਹਨ, ਸਾਰਿਆਂ ਦਾ ਹੀ ਖਿਆਲ ਰੱਖਣ। ਬਿਲਕੁਲ, ਜਿਹੜੇ ਹੋਰ ਵੀ ਜੇਲ੍ਹਾਂ 'ਚ ਬੰਦ ਨੇ ਜਾਂ ਜੇਲ੍ਹਾਂ ਕੱਟ ਕੇ ਆ ਚੁੱਕੇ ਆ, ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋ ਚੁੱਕੇ ਆ, ਉਹਨਾਂ ਦੀ ਸੇਵਾ ਜਿਹੜੀ ਆ ਉਹ ਤੁਸੀਂ ਜਿਹੜੇ ਵੀਰ ਵੀ ਕਰ ਸਕਦੇ ਆ, ਕਿਉਂਕਿ ਜਿਨ੍ਹਾਂ ਨੇ ਤੁਹਾਡੇ ਲਈ ਆਪਣਾ ਖੂਨ ਵਹਾਇਆ, ਤੁਸੀਂ ਉਹਨਾਂ ਲਈ ਥੋੜ੍ਹਾ ਜਿਹਾ ਪਸੀਨਾ ਵਹਾਓ। ਤੁਸੀਂ ਮਿਹਨਤ ਕਰਦੇ ਹੋ, ਦਸਵੰਧ ਕੱਢਦੇ ਹੋ, ਅਤੇ ਜ਼ਰੂਰ ਆਪਣੀ ਕੌਮ ਲਈ ਸ਼ਹੀਦੀਆਂ ਪਾਉਣ ਵਾਲੇ, ਆਪਣੀ ਕੌਮ ਲਈ ਜੇਲ੍ਹਾਂ ਕੱਟਣ ਵਾਲੇ, ਆਪਣੀ ਕੌਮ ਲਈ ਆਪਣਾ ਪਰਿਵਾਰ ਖੇਰੂ ਕਰਨ ਵਾਲੇ, ਉਹਨਾਂ ਦਾ ਸਹਿਯੋਗ ਕਰਨਾ ਜ਼ਰੂਰੀ ਹੈ। ਮਾਇਆ ਤੋਂ ਬਿਨਾ ਦੁਨੀਆਦਾਰੀ ਜਿਹੜੀ ਆ ਉਹ ਵੀ ਚਲਾਉਣੀ ਬੜੀ ਔਖੀ ਆ, ਸੰਘਰਸ਼ ਕਰਨਾ ਵੀ ਬੜਾ ਔਖਾ ਹੈ। ਸੋ ਜਿੱਥੋਂ ਤੱਕ ਤੁਸੀਂ ਜਿੰਨੀ ਕੁ ਸੇਵਾ ਕਰ ਸਕਦੇ ਹੋ, ਜਿਨ੍ਹਾਂ ਨੇ ਤੁਹਾਡੇ ਲਈ ਖੂਨ ਵਹਾਇਆ, ਤੁਸੀਂ ਉਹਨਾਂ ਲਈ ਪਸੀਨਾ ਵਹਾਓ। ਸੋ ਬਹੁਤ ਧੰਨਵਾਦ PTN 24 ਚੈਨਲ ਦਾ, ਜਿਨ੍ਹਾਂ ਨੇ ਇਸ ਤਰ੍ਹਾਂ ਬੰਦੀ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਦਾ ਜਿਹੜਾ ਜੀਵਨ ਆ ਉਹ ਤੁਹਾਡੇ ਤੱਕ ਪੁੱਜਦਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।